ਸਤਿ ਸ਼੍ਰੀ ਅਕਾਲ। ਫਾਸਟ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਮਨਪ੍ਰੀਤ ਕੌਰ। ਸਾਲ 2020 ਅਜਿਹਾ ਸਾਲ ਰਿਹਾ ਹੈ ਜਿਸ ਨੇ ਲੋਕਾਂ ਦੀ ਜ਼ਿੰਦਗੀ ਤੇ ਗਹਿਰਾ ਅਸਰ ਪਾਇਆ ਹੈ। ਉਂਝ ਤਾਂ ਹਰ ਸਾਲ ਹੀ ਕਈ ਕੁਝ ਵਾਪਰਦਾ ਹੈ, ਪਰ ਇਹ ਸਾਲ ਕੁਝ ਅਜਿਹਾ ਸੀ ਜਿਸ ਨੂੰ ਆਸਾਨੀ ਨਾਲ ਨਹੀਂ ਭੁਲਾਇਆ ਜਾ ਸਕਦਾ। ਪੰਜਾਬ 'ਚ ਸਾਲ 2020 ਨੇ ਕੀ ਪ੍ਰਭਾਵ ਪਾਇਆ, ਆਓ ਜਾਣਦੇ ਹਾਂ। ਸਾਲ 2020 ਦੀ ਸ਼ੁਰੂਆਤ ਬੜੇ ਹੀ ਪਵਿੱਤਰ ਦਿਹਾੜੇ ਯਾਨੀ ਕਿ 2 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੇ ਨਾਲ ਹੋਈ। ਸਾਰਾ ਪੰਜਾਬ ਹੀ ਗੁਰਬਾਣੀ ਕੀਰਤਨ ਦੀ ਰੂਹਾਨੀਅਤ 'ਚ ਰੰਗਿਆ ਗਿਆ ਸੀ। ਇਨਾ ਹੀ ਨਹੀਂ, ਇਸ ਤੋਂ ਪਹਿਲਾਂ ਭਾਰਤ ਸਰਕਾਰ ਦੇ ਵੱਲੋਂ ਸਵੱਛਤਾ ਸਰਵੇਖਣ 2019 ਦੇ ਆਧਾਰ ਤੇ ਸਭ ਤੋਂ ਸਵੱਛ ਤੇ ਸਾਫ਼ ਸੁਥਰੇ ਸ਼ਹਿਰਾਂ ਦਾ ਐਲਾਨ ਕੀਤਾ ਗਿਆ ਸੀ, ਜਿਨ੍ਹਾਂ 'ਚ ਪੰਜਾਬ ਦੇ ਫਾਜ਼ਿਲਕਾ ਸ਼ਹਿਰ ਨੂੰ ਪਹਿਲੇ ਸਥਾਨ ਤੇ ਰੱਖਿਆ ਗਿਆ, ਜਦਕਿ ਰੋਪੜ ਨੂੰ ਦੂਜਾ ਤੇ ਰਾਜਪੁਰਾ ਨੂੰ ਤੀਜਾ ਸਥਾਨ ਦਿੱਤਾ ਗਿਆ। ਇਸੇ ਸਾਲ ਦੀ ਸ਼ੁਰੂਆਤ 'ਚ ਹੀ ਔਰਤਾਂ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਦੇ ਵੱਲੋਂ ਸਾਰੀਆਂ ਟਰਾਂਸਪੋਰਟ ਗੱਡੀਆਂ 'ਚ ਵਹੀਕਲ ਟਰੈਕਿੰਗ ਸਿਸਟਮ ਦੀ ਸ਼ੁਰੂਆਤ ਕੀਤੀ ਗਈ ਸੀ। ਤੇ ਇਸੇ ਸਾਲ ਫਰਵਰੀ 'ਚ ਪੰਜਾਬ ਬਜਟ 2020-21 ਪੇਸ਼ ਕੀਤਾ ਗਿਆ, ਜਿਸ 'ਚ ਕਈ ਵੱਡੇ ਐਲਾਨ ਹੋਏ, ਜਿਨ੍ਹਾਂ 'ਚ ਮੁਲਾਜ਼ਮਾਂ ਲਈ ਸੇਵਾ ਮੁਕਤੀ ਉਮਰ 60 ਸਾਲਾਂ ਤੋਂ ਘਟਾ ਕੇ 58 ਸਾਲ ਕਰ ਦਿੱਤੀ ਗਈ। ਇਸ ਬਜਟ 'ਚ ਕਿਸਾਨਾਂ ਦੇ ਲਈ ਵੀ ਐਲਾਨ ਹੋਏ, ਜਿਸ 'ਚ ਕਿਸਾਨਾਂ ਦਾ ਕਰਜ਼ ਮੁਆਫ ਕਰਨ ਤੋਂ ਬਾਅਦ ਬੇਜ਼ਮੀਨੇ ਕਿਸਾਨਾਂ ਤੇ ਮਜ਼ਦੂਰਾਂ ਦਾ ਕਰਜ਼ ਮੁਆਫ ਕਰਨ ਦਾ ਐਲਾਨ ਕੀਤਾ ਗਿਆ, ਜਿਸ ਦੇ ਲਈ 520 ਕਰੋੜ ਰੁਪਏ ਰਾਖਵੇਂ ਰੱਖੇ ਗਏ। ਇਨਾ ਹੀ ਨਹੀਂ, ਕਿਸਾਨਾਂ ਨੂੰ ਮੁਫਤ ਬਿਜਲੀ ਸਪਲਾਈ ਲਈ 8247 ਕਰੋੜ ਰਾਖਵੇਂ ਰੱਖੇ ਗਏ। ਮੰਡੀਆਂ 'ਚ ਲੱਗਦੀ 4% ਸਰਕਾਰੀ ਫੀਸ ਨੂੰ ਘਟਾ ਕੇ 1% ਕਰਨ ਦਾ ਪ੍ਰਸਤਾਵ ਵੀ ਰੱਖਿਆ ਗਿਆ। ਗੁਰਦਾਸਪੁਰ ਤੇ ਬਲਾਚੌਰ ਦੇ ਵਿੱਚ 2 ਖੇਤੀਬਾੜੀ ਕਾਲਜ ਬਣਾਉਣ ਦੇ ਲਈ 14 ਕਰੋੜ ਰੁਪਏ ਰੱਖੇ ਗਏ। ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਲਈ ਪ੍ਰਤੀ ਕੁਇੰਟਲ 100 ਰੁਪਏ ਦੇਣ ਦਾ ਪ੍ਰਸਤਾਵ ਵੀ ਰੱਖਿਆ ਗਿਆ ਤੇ ਝੋਨੇ ਦੀ ਥਾਂ ਮੱਕੀ ਨੂੰ ਤਰਜੀਹ ਦੇਣ ਦੇ ਲਈ 200 ਕਰੋੜ ਦਾ ਫੰਡ ਰੱਖਿਆ ਗਿਆ। ਸਿੱਖਿਆ ਉੱਤੇ ਖਰਚਣ ਦੇ ਲਈ 12400 ਕਰੋੜ ਦਾ ਬਜਟ ਅਤੇ 12ਵੀਂ ਤੱਕ ਸਾਰਿਆਂ ਵਿਦਿਆਰਥੀਆਂ ਲਈ ਮੁਫਤ ਸਿੱਖਿਆ ਦੇਣ ਦਾ ਐਲਾਨ ਕੀਤਾ ਗਿਆ। ਬੱਚਿਆਂ ਨੂੰ ਸਕੂਲ ਜਾਣ ਦੇ ਲਈ ਮੁਫਤ ਟਰਾਂਸਪੋਰਟ ਸਹੂਲਤ ਦੇ ਨਾਲ-ਨਾਲ 259 ਸਕੂਲਾਂ 'ਚ ਸੋਲਰ ਪਾਵਰ ਮੁਹੱਈਆ ਕਰਾਉਣ ਦਾ ਵੀ ਐਲਾਨ ਹੋਇਆ। 35 ਕਰੋੜ ਰੁਪਏ ਦੇ ਨਾਲ ਨਵੇਂ ਖੇਡ ਸਟੇਡੀਅਮ ਦੀ ਉਸਾਰੀ ਅਤੇ 19 ਨਵੀਆਂ ITI ਤੇ 3 ਤਕਨੀਕੀ ਕਾਲਜ ਖੋਲ੍ਹਣ ਦਾ ਵੀ ਐਲਾਨ ਹੋਇਆ। ਤਰਨਤਾਰਨ ਦੇ ਵਿੱਚ ਕਾਨੂੰਨ ਯੂਨੀਵਰਸਿਟੀ ਬਣਾਉਣ ਦਾ ਪ੍ਰਸਤਾਵ ਵੀ ਰੱਖਿਆ ਗਿਆ। ਬਜਟ ਦੇ ਵਿੱਚ ਸਿਹਤ ਸਹੂਲਤਾਂ ਦੇ ਲਈ 4675 ਕਰੋੜ ਰੁਪਏ ਰੱਖੇ ਗਏ। ਕਪੂਰਥਲਾ ਤੇ ਹੁਸ਼ਿਆਰਪੁਰ ਦੇ ਵਿੱਚ ਮੈਡੀਕਲ ਕਾਲਜ ਸ਼ੁਰੂ ਕਰਨ ਦੇ ਲਈ 10-10 ਕਰੋੜ ਅਤੇ ਮੋਹਾਲੀ ਮੈਡੀਕਲ ਕਾਲਜ ਲਈ 157 ਕਰੋੜ ਰੁਪਏ ਦਾ ਪ੍ਰਸਤਾਵ ਰੱਖਿਆ ਗਿਆ ਤੇ ਬਜ਼ੁਰਗਾਂ ਦੀ ਸੰਭਾਲ ਲਈ ਹਰ ਜ਼ਿਲ੍ਹੇ ਦੇ ਵਿੱਚ ਬਿਰਧ ਆਸ਼ਰਮ ਯਾਨੀ ਕਿ 올ਡ ਏਜ ਹੋਮ ਬਣਾਉਣ ਦਾ ਵੀ ਐਲਾਨ ਹੋਇਆ। ਫੌਜ ਦੇ ਵਿੱਚ ਸ਼ਾਰਟ ਸਰਵਿਸ ਕਮਿਸ਼ਨ ਦੀ ਭਰਤੀ ਦੀ ਤਿਆਰੀ ਦੇ ਲਈ ਹੁਸ਼ਿਆਰਪੁਰ 'ਚ ਆਰਮਡ ਫੋਰਸਿਸ ਪ੍ਰੋਸਪੈਕਟਿਵ ਇੰਸਟੀਚਿਊਟ ਬਣਾਉਣ ਦੇ ਲਈ 11 ਕਰੋੜ ਰੁਪਏ, ਨੌਜਵਾਨਾਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਲਈ 270 ਕਰੋੜ ਰੁਪਏ ਦਾ ਐਲਾਨ ਵੀ ਸਰਕਾਰ ਨੇ ਕੀਤਾ। ਤੇ ਹੁਣ ਗੱਲ ਕਰਦੇ ਆ ਸਾਲ 2020 ਚ ਪੰਜਾਬ 'ਚ ਵਾਪਰੀਆਂ ਵੱਡੀਆਂ ਵਾਰਦਾਤਾਂ ਦੀ। ਅੱਤਵਾਦ ਦੇ ਨਾਲ ਕਈ ਮੁਕਾਬਲੇ ਕਰਨ ਵਾਲੇ ਸ਼ੌਰਯ ਚੱਕਰ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਦਾ ਅਕਤੂਬਰ ਦੇ ਮਹੀਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਕਾਮਰੇਡ ਬਲਵਿੰਦਰ ਸਿੰਘ ਦਾ ਕਤਲ ਕਰਨ ਵਾਲੇ ਮੁੱਖ ਦੋਸ਼ੀ ਸੁਖ ਭਿਖਾਰੀਵਾਲ ਨੂੰ ਪੁਲਿਸ ਵੱਲੋਂ ਦੁਬਈ ਤੋਂ ਗ੍ਰਿਫਤਾਰ ਕਰ ਲਿਆ ਗਿਆ। ਇਸ ਤੋਂ ਇਲਾਵਾ ਇਸ ਕਤਲकांड ਦੇ ਵਿੱਚ 11 ਲੋਕਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਿਆ ਸੀ। ਬਠਿੰਡਾ ਦੀ ਪੌਸ਼ ਕਲੋਨੀ ਕਮਲਾ ਨਹਿਰੂ ਨਗਰ ਦੀ ਸੰਘਣੀ ਆਬਾਦੀ 'ਚ ਹੀ ਇੱਕ ਪਰਿਵਾਰ ਦੇ 3 ਜੀਆਂ ਨੂੰ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ, ਜਿਸ ਵਿੱਚ ਪਤੀ ਪਤਨੀ ਤੇ ਉਹਨਾਂ ਦੀ ਧੀ ਸ਼ਾਮਲ ਸੀ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਨੌਜਵਾਨ ਵੀਡੀਓ ਬਣਾ ਕੇ ਕਤਲ ਦੀ ਵਾਰਦਾਤ ਕਬੂਲ ਕਰਦਾ ਹੈ ਅਤੇ ਉਸਨੇ ਦੱਸਿਆ ਕਿ ਉਸਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ ਤੇ ਇਸ ਦੇ ਚੱਲਦਿਆਂ ਉਸਨੇ ਇੱਕ ਕਦਮ ਚੁੱਕਿਆ ਤੇ ਬਾਅਦ ਵਿੱਚ ਉਸ ਨੌਜਵਾਨ ਨੇ ਵੀ ਖੁਦਕੁਸ਼ੀ ਕਰ ਲਈ। ਅੰਮ੍ਰਿਤਸਰ ਦੇ ਵਿੱਚ ਮੋਟਰਸਾਈਕਲ ਸਵਾਰ ਗੈਂਗਸਟਰਾਂ ਵੱਲੋਂ ਇੱਕ ਨੌਜਵਾਨ ਦਾ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਨੌਜਵਾਨ ਨੂੰ ਮੌਤ ਦੀ ਘਾਟ ਉਤਾਰਨ ਤੋਂ ਬਾਅਦ ਗੈਂਗਸਟਰਾਂ ਨੇ ਉਸ ਦੀ ਲਾਸ਼ ਤੇ ਭੰਗੜਾ ਵੀ ਪਾਇਆ। 10 ਮਿੰਟ ਤੱਕ ਚੱਲੇ ਇਸ ਖੂਨੀ ਖੇਡ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ। ਪੁਲਿਸ ਦੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਆਪਸੀ ਰੰਜਿਸ਼ ਦੇ ਚੱਲਦਿਆਂ ਗੈਂਗਸਟਰਾਂ ਦੇ ਵੱਲੋਂ ਇੱਕ ਖੌਫਨਾਕ ਕਾਰਾ ਕੀਤਾ ਗਿਆ ਸੀ ਤੇ ਪੁਲਿਸ ਦੇ ਵੱਲੋਂ ਗੈਂਗਸਟਰ ਸ਼ੁਭਮ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ। ਜ਼ਿਲ੍ਹਾ ਤਰਨਤਾਰਨ ਦੀ ਗੱਲ ਕਰੀਏ ਤੇ ਇੱਥੇ ਦੇ ਅਧੀਨ ਆਉਂਦੇ ਪਿੰਡ ਕੈਰੋ 'ਚ ਇੱਕੋ ਪਰਿਵਾਰ ਦੇ 5 ਜੀਆਂ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਤੇ ਘਰ ਦੇ ਮੁਖੀਆ ਖਿਲਾਫ ਵੱਖ-ਵੱਖ ਥਾਣਿਆਂ 'ਚ ਕਈ ਨਸ਼ੇ ਵਾਲੇ ਪਦਾਰਥਾਂ ਦਾ ਕਾਰੋਬਾਰ ਕਰਨ ਸੰਬੰਧੀ ਮਾਮਲੇ ਦਰਜ ਸਨ, ਜੋ ਉਸ ਦੀ ਮੌਤ ਦੇ ਨਾਲ ਹੀ ਖਤਮ ਹੋ ਗਏ। ਕਤਲਾਂ ਦਾ ਕਾਰਨ ਨਸ਼ਾ ਕਾਰੋਬਾਰੀਆਂ ਦੇ ਨਾਲ ਦੁਸ਼ਮਣੀ ਦਾ ਹੋਣਾ ਮੰਨਿਆ ਗਿਆ ਤੇ ਇਸ ਕਤਲकांड ਤੋਂ ਬਾਅਦ ਪੂਰੇ ਜ਼ਿਲ੍ਹੇ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਜ਼ਿਲ੍ਹਾ ਮੋਗੇ ਦੇ ਪਿੰਡ ਸੈਦਪੁਰਾ ਜਲਾਲ ਦੇ ਵਿੱਚ ਪੰਜਾਬ ਪੁਲਿਸ 'ਚ ਤੈਨਾਤ ਹੌਲਦਾਰ ਕੁਲਵਿੰਦਰ ਸਿੰਘ ਨੇ
ਆਪਣੀ AK-47 ਰਾਈਫਲ ਦੇ ਨਾਲ ਹਮਲਾ ਕਰਕੇ ਸਹੁਰੇ ਪਰਿਵਾਰ ਦੇ 4 ਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਜਿਨ੍ਹਾਂ 'ਚ ਉਸ ਦੀ ਪਤਨੀ ਰਾਜਵਿੰਦਰ ਕੌਰ, ਸੱਸ ਸੁਖਵਿੰਦਰ ਕੌਰ, ਸਾਲੀ ਇੰਦਰਜੀਤ ਅਤੇ ਸਾਲਾ ਜਸਕਰਨ ਸ਼ਾਮਲ ਸੀ ਤੇ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਕੁਲਵਿੰਦਰ ਸਿੰਘ ਦੇ ਵੱਲੋਂ ਆਤਮ ਸਮਰਪਣ ਕਰ ਦਿੱਤਾ ਗਿਆ। ਸੋ ਸਾਲ 2020 ਦੇ ਵਿੱਚ ਇੱਕ ਹੋਰ ਪੰਜਾਬ ਵਿਰੋਧੀ ਲਹਿਰ ਚੱਲੀ ਸੀ, ਜਿਸ ਦਾ ਨਾਮ ਹੈ ਖਾਲਿਸਤਾਨੀ ਨਾਰੇ। ਜੀ ਹਾਂ, ਸ਼ੁਰੂਆਤ ਹੋਈ ਮੋਗਾ ਤੋਂ ਤੇ ਫਿਰ ਵੱਖ-ਵੱਖ ਜ਼ਿਲ੍ਹਿਆਂ ਤੱਕ ਇਹ ਨਾਰੇ ਇੰਜ ਫੈਲੇ ਜਿਵੇਂ ਅੱਗ ਦਾ ਧੂੰਆਂ। 15 ਅਗਸਤ ਯਾਨੀ ਕਿ ਆਜ਼ਾਦੀ ਦਿਹਾੜੇ ਤੋਂ ਠੀਕ ਇੱਕ ਦਿਨ ਪਹਿਲਾਂ ਮੋਗਾ ਜ਼ਿਲ੍ਹੇ ਦੇ ਸਕੱਤਰੇਤ ਦੀ ਇਮਾਰਤ ਤੇ ਖਾਲਿਸਤਾਨੀ ਝੰਡਾ ਲਹਿਰਾਏ ਜਾਣ ਤੋਂ ਬਾਅਦ ਜ਼ਿਲ੍ਹੇ ਦੇ ਪਿੰਡ ਮਾਣੂਕੇ, ਨਿਹਾਲ ਸਿੰਘ ਵਾਲਾ, ਪਿੰਡ ਢੁੱਡੀਕੇ ਤੇ ਗਿੱਦੜਬਾਹਾ ਦੇ ਪਿੰਡ ਹੁਸਨਰ ਅਤੇ ਬਾਬਾ ਬਕਾਲਾ 'ਚ ਵੀ ਕੇਸਰੀ ਝੰਡੇ ਲਹਿਰਾਏ ਜਾਣ ਦੀਆਂ ਘਟਨਾਵਾਂ ਵਾਪਰੀਆਂ। ਹਾਲਾਂਕਿ ਪੁਲਿਸ ਦੇ ਵੱਲੋਂ ਕਾਰਵਾਈ ਕਰਦਿਆਂ ਥਾਣੇਦਾਰ ਦਾ ਤਬਾਦਲਾ ਵੀ ਕੀਤਾ ਗਿਆ। ਗਿੱਦੜਬਾਹਾ ਦੇ ਪਿੰਡ ਹੁਸਨਰ ਦੀ ਵਿਵਾਦਤ ਜ਼ਮੀਨ ਤੇ ਕੇਸਰੀ ਝੰਡਾ ਲਹਿਰਾਉਣ ਦੇ ਮਾਮਲੇ 'ਚ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਤੇ ਥਾਣਾ ਮੁਖੀ ਪਰਮਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਆਜ਼ਾਦੀ ਦਿਵਸ ਮੌਕੇ ਬਦਅਮਨੀ ਫੈਲਾਉਣ ਦੇ ਮਕਸਦ ਦੇ ਨਾਲ ਇੱਕ ਪੀਲਾ ਝੰਡਾ ਜਿਸ ਤੇ ਸਕੈਚ ਦੇ ਨਾਲ ਖਾਲਿਸਤਾਨ ਲਿਖਿਆ ਹੈ ਉੱਥੇ ਜਗ੍ਹਾ ਤੇ ਲਗਾਇਆ ਗਿਆ ਹੈ ਤੇ ਪੁਲਿਸ ਨੇ ਕਾਰਵਾਈ ਕਰਦਿਆਂ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਪਿੰਡ ਮਾਣੂਕੇ ਦੇ ਪੰਚਾਇਤ ਘਰ ਦੀ ਇਮਾਰਤ ਤੇ ਵੀ ਕੇਸਰੀ ਝੰਡਾ ਲਹਿਰਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਤੇ ਇਸ ਤੇ ਵੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪੰਚਾਇਤ ਦੀ ਮੌਜੂਦਗੀ ਦੇ ਵਿੱਚ ਝੰਡਾ ਲਵਾਇਆ ਤੇ ਅਣਪਛਾਤੇ ਦੇ ਖਿਲਾਫ ਇੱਥੇ ਵੀ ਮਾਮਲਾ ਹੀ ਦਰਜ ਹੋਇਆ। ਬਾਬਾ ਬਕਾਲਾ ਦੀ ਗੱਲ ਕਰੀਏ ਤੇ ਇੱਥੇ ਦੇ ਤਹਿਸੀਲ ਕੰਪਲੈਕਸ ਵਿੱਚ ਕੁਝ ਗੈਰ ਸਮਾਜੀ ਤੱਤਾਂ ਨੇ ਵੀ ਇੱਕ ਵਸੀਕਾ ਨਵੀਸ ਦੀ ਦੁਕਾਨ ਤੇ ਕੇਸਰੀ ਝੰਡਾ ਲਾ ਦਿੱਤਾ ਅਤੇ ਇੱਥੇ ਵੀ ਪੁਲਿਸ ਪਹੁੰਚੀ ਤੇ ਕਾਰਵਾਈ ਦੀ ਗੱਲ ਆ ਕੇ ਮੁੜ ਗਈ। ਸ਼ਰਾਰਤੀ ਅਨਸਰਾਂ ਨੇ ਲਾਲਾ ਲਾਜਪਤ ਰਾਏ ਦੇ ਜਨਮ ਸਥਾਨ ਨੇੜੇ ਖਾਲਿਸਤਾਨੀ ਝੰਡਾ ਲਹਿਰਾਇਆ, ਜਿਸ ਦੀ ਸੂਚਨਾ ਮਿਲਣ ਤੇ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਨੇੜੇ-ਤੇੜੇ ਲੱਗੇ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ, ਜਿਸ ਵਿੱਚ 4 ਸ਼ੱਕੀ ਨਜ਼ਰ ਵੀ ਆਏ ਪਰ ਕਾਬੂ ਕੋਈ ਨਹੀਂ ਹੋਇਆ। ਖਾਲਿਸਤਾਨੀ ਝੰਡਿਆਂ ਦੇ ਨਾਲ-ਨਾਲ ਖਾਲਿਸਤਾਨੀ ਨਾਰੇ ਵੀ ਕਈ ਥਾਈਂ ਸਕੂਲਾਂ ਦੀਆਂ, ਹਸਪਤਾਲਾਂ ਦੀਆਂ, ਨਗਰ ਨਿਗਮ ਦੀਆਂ ਕੰਧਾਂ ਤੇ ਹੋਰਨਾਂ ਥਾਵਾਂ ਤੇ ਲਿਖੇ ਦਿਖਾਈ ਦਿੱਤੇ, ਜਿਨ੍ਹਾਂ ਨੂੰ ਲੈ ਕੇ ਕਾਲਖ ਨਾਲ ਮਿਟਾਇਆ ਗਿਆ ਪਰ ਕਾਰਵਾਈ ਅਜੇ ਤੱਕ ਅਧੂਰੀ ਹੀ ਪਈ ਹੈ। ਅਪਰਾਧਿਕ ਮਾਮਲਿਆਂ ਦੀ ਗੱਲ ਕਰੀਏ ਤਾਂ 1 ਜਨਵਰੀ ਨੂੰ ਪੰਜਾਬ ਦੇ ਵਿੱਚ ਹੈਰੋਇਨ ਦੀ ਸਭ ਤੋਂ ਵੱਡੀ ਖੇਪ ਫੜੀ ਗਈ ਸੀ। ਜੀ ਹਾਂ, ਖੂਫੀਆ ਵਿਭਾਗ ਕਾਊਂਟਰ ਇੰਟੈਲੀਜੈਂਸ ਦੇ ਵੱਲੋਂ ਪਾਕਿਸਤਾਨ ਤੋਂ ਆਈ 25 ਕਰੋੜ ਦੀ ਹੈਰੋਇਨ ਸਮੇਤ ਸਮਗਲਰ ਭਲਵਾਨ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ 2 ਪਿਸਤੌਲ, 2 ਮੈਗਜ਼ੀਨ, 5 ਰੌਂਦ ਅਤੇ 1 ਮੋਟਰਸਾਈਕਲ ਬਰਾਮਦ ਕੀਤਾ ਗਿਆ ਸੀ ਤੇ ਬਾਅਦ ਵਿੱਚ ਇਸ ਕੇਸ ਦੇ ਵਿੱਚ ਕਈ ਵੱਡੇ ਨਾਮ ਵੀ ਸਾਹਮਣੇ ਆਏ। ਇਸ ਸਾਲ ਕਰੋਨਾ ਮਹਾਮਾਰੀ ਨੇ ਵੀ ਪੰਜਾਬ ਵਾਸੀਆਂ ਨੂੰ ਵੱਡੀਆਂ ਦਿੱਕਤਾਂ 'ਚ ਪਾ ਦਿੱਤਾ ਹੈ। ਕਿੰਨੀਆਂ ਜਾਨਾਂ ਗਈਆਂ ਤੇ ਕਈ ਮਹੀਨੇ ਆਰਥਿਕ ਤੰਗੀ ਦੇ ਨਾਲ ਲੋਕ ਜੂਝਦੇ ਰਹੇ। ਸ਼ੁਰੂਆਤ ਤਾਂ ਵਿਦੇਸ਼ਾਂ ਤੋਂ ਹੋਈ ਚੁੱਕੀ ਸੀ, ਪਰ ਪੰਜਾਬ ਦੇ ਵਿੱਚ ਇਸ ਦੀ ਦਸਤਕ ਉਦੋਂ ਹੋਈ ਜਦੋਂ ਇੱਕ ਨੌਜਵਾਨ ਇਟਲੀ ਤੋਂ ਪੰਜਾਬ ਆਇਆ। ਇਟਲੀ ਵਿੱਚ ਕਰੋਨਾ ਵਾਇਰਸ ਦੇ ਕਾਰਨ ਲਾਕਡਾਊਨ ਤੋਂ ਬਾਅਦ ਪੰਜਾਬ ਦਾ ਇੱਕ ਨੌਜਵਾਨ ਆਪਣੀ ਪਤਨੀ ਅਤੇ ਬੇਟੇ ਦੇ ਨਾਲ 4 ਮਾਰਚ ਨੂੰ ਭਾਰਤ ਪਹੁੰਚਦਾ ਹੈ ਤੇ ਦਿੱਲੀ ਵਿੱਚ ਉਸ ਦਾ ਅਤੇ ਪਰਿਵਾਰ ਦਾ ਬਕਾਇਦਾ ਚੈੱਕਅਪ ਹੁੰਦਾ ਹੈ, ਪਰ ਉਸ ਵਿੱਚ ਕਰੋਨਾ ਵਾਇਰਸ ਦਾ ਕੋਈ ਲੱਛਣ ਨਹੀਂ ਮਿਲਦਾ। ਦਿੱਲੀ ਹਵਾਈ ਅੱਡੇ ਉੱਤੇ ਕਰੀਬ 6 ਘੰਟੇ ਤੋਂ ਬਾਅਦ ਉਹ ਫਿਰ ਪੰਜਾਬ ਲਈ ਅੰਮ੍ਰਿਤਸਰ ਦੀ ਉਡਾਨ ਫੜਦਾ ਹੈ। ਇੱਥੇ ਪਹੁੰਚਣ ਤੇ ਉਸ ਦਾ ਫਿਰ ਤੋਂ ਚੈੱਕਅਪ ਹੁੰਦਾ ਹੈ ਤੇ ਉਸ ਵਿੱਚ ਉਹ ਠੀਕ ਨਿਕਲਦਾ ਹੈ। ਨੌਜਵਾਨ ਨੇ ਫਿਰ ਤੋਂ ਹਵਾਈ ਅੱਡੇ ਉੱਤੇ ਤੈਨਾਤ ਇੱਕ ਡਾਕਟਰ ਨੂੰ ਆਪਣੀ ਯਾਤਰਾ ਦੇ ਪਿਛੋਕੜ ਬਾਰੇ ਦੱਸਿਆ ਅਤੇ ਨਾਲ ਹੀ ਹਸਪਤਾਲ ਜਾ ਕੇ ਚੈੱਕਅਪ ਕਰਵਾਉਣ ਦੀ ਅਪੀਲ ਕੀਤੀ। ਇਸ ਤੋਂ ਬਾਅਦ ਨੌਜਵਾਨ ਨੂੰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰ ਲਿਆ ਗਿਆ। 4 ਦਿਨ ਬਾਅਦ ਉਸ ਦੀ ਰਿਪੋਰਟ ਪੋਜ਼ਿਟਿਵ ਆਈ, ਉਸ 'ਚ ਕਰੋਨਾ ਵਾਇਰਸ ਦੀ ਪੁਸ਼ਟੀ ਹੋਈ। ਸੋ ਇਹ ਪੰਜਾਬ ਦਾ ਪਹਿਲਾ ਕੇਸ ਸੀ। ਹਾਲਾਂਕਿ ਬਾਅਦ 'ਚ ਨੌਜਵਾਨ ਨੇ ਕਰੋਨਾ ਨੂੰ ਮਾਤ ਵੀ ਦਿੱਤੀ, ਪਰ ਇਸ ਤੋਂ ਬਾਅਦ ਕਰੋਨਾ ਨੇ ਜੋ ਤਬਾਹੀ ਮਚਾਈ ਉਹ ਨਾ ਭੁੱਲਣਯੋਗ ਹੈ ਤੇ ਪੰਜਾਬ 'ਚ ਕਰੋਨਾ ਦੇ ਮਾਮਲੇ ਵਧਣ ਲੱਗੇ ਤੇ ਹੌਲੀ-ਹੌਲੀ ਇਸ ਦਾ ਪ੍ਰਭਾਵ ਆਮ ਜਨ ਜੀਵਨ ਤੇ ਵੀ ਪੈਣਾ ਸ਼ੁਰੂ ਹੋ ਗਿਆ। 14 ਮਾਰਚ ਨੂੰ ਕੇਂਦਰ ਵੱਲੋਂ ਕਰੋਨਾ ਵਾਇਰਸ ਨੂੰ ਕੌਮੀ ਆਫਤ ਐਲਾਨਿਆ ਗਿਆ ਤੇ 15 ਮਾਰਚ ਨੂੰ ਖਤਰੇ ਦੇ ਮੱਦੇਨਜ਼ਰ ਕਰਤਾਰਪੁਰ ਲਾਂਘੇ ਨੂੰ ਆਰਜ਼ੀ ਤੌਰ ਤੇ ਬੰਦ ਕਰ ਦਿੱਤਾ ਗਿਆ। 19 ਮਾਰਚ ਨੂੰ ਕਰੋਨਾ ਵਾਇਰਸ ਦੇ ਨਾਲ ਪੰਜਾਬ ਦੇ ਨਵਾਂ ਸ਼ਹਿਰ ਦੇ ਇੱਕ ਪਿੰਡ ਵਿੱਚ ਇੱਕ ਮੌਤ ਹੋ ਗਈ, ਜਿਸ ਤੋਂ ਬਾਅਦ ਪਿੰਡ ਨੂੰ ਸੀਲ ਕਰ ਦਿੱਤਾ ਗਿਆ। 22 ਮਾਰਚ ਨੂੰ ਕਰੋਨਾ ਦੇ ਵੱਧਦੇ ਖਤਰੇ ਨੂੰ ਦੇਖਦਿਆਂ ਚੰਡੀਗੜ੍ਹ ਸਮੇਤ ਪੰਜਾਬ 'ਚ ਇੱਕ ਦਿਨ ਦਾ ਕਰਫਿਊ ਲਗਾਇਆ ਗਿਆ ਅਤੇ 24 ਮਾਰਚ ਨੂੰ ਮੁੜ ਤੋਂ ਕੇਂਦਰ ਦੇ ਆਦੇਸ਼ ਤੇ 21 ਦਿਨਾਂ ਲਈ ਪੰਜਾਬ ਸਮੇਤ ਪੂਰੇ ਭਾਰਤ ਨੂੰ ਬੰਦ ਕਰਨ ਦਾ ਹੁਕਮ ਜਾਰੀ ਹੋਇਆ। ਪੰਜਾਬ ਬੰਦ ਹੋਣ ਦੇ ਕਾਰਨ ਵਪਾਰ ਤੇ ਕਾਰੋਬਾਰ ਤੇ ਬਹੁਤ ਮਾੜਾ ਅਸਰ ਪਿਆ। ਸਕੂਲ, ਕਾਲਜ, ਕਈ ਅਦਾਰੇ, ਟਰਾਂਸਪੋਰਟ, ਆਵਾਜਾਈ, ਕਾਰੋਬਾਰ ਸਭ ਕੁਝ ਠੱਪ ਹੋ ਗਿਆ। ਜਿਸ ਤਰ੍ਹਾਂ ਪੂਰੇ ਦੇਸ਼ ਦੇ ਵਿੱਚ ਇਸ ਬਿਮਾਰੀ ਨੇ ਸਭ ਕੁਝ ਬੰਦ ਕਰਕੇ ਰੱਖ ਦਿੱਤਾ ਤੇ ਲੋਕਾਂ ਨੂੰ ਘਰਾਂ 'ਚ ਕੈਦ ਕਰ ਦਿੱਤਾ। ਹਵਾਈ, ਸਮੁੰਦਰੀ ਅਤੇ ਧਰਤੀ ਦੇ ਉੱਤੇ ਪੂਰੀ ਤਰ੍ਹਾਂ ਸਭ ਕੁਝ ਬੰਦ ਹੋ ਗਿਆ।
ਲੱਖਾਂ ਕਰੋੜਾਂ ਲੋਕਾਂ ਨੂੰ ਜਦੋਂ ਇੱਕੋਦਮ ਇੱਕ ਅਣਚਾਹੀ ਕੈਦ ਦਾ ਸਾਹਮਣਾ ਕਰਨਾ ਪਿਆ ਤਾਂ ਬਹੁਤ ਕਿਸਮ ਦੀਆਂ ਮੁਸ਼ਕਲਾਂ ਖੜੀਆਂ ਹੋਈਆਂ। 15 ਮਈ ਤੋਂ ਬਟਵਾਰੇ ਵਰਗੇ ਹਾਲਾਤ ਬਣ ਗਏ ਸਨ। ਕਿਰਤੀ ਮਜ਼ਦੂਰਾਂ ਨੂੰ ਸਭ ਤੋਂ ਵੱਧ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ। ਪ੍ਰਵਾਸੀ ਮਜ਼ਦੂਰ ਪਰਿਵਾਰਾਂ ਸਮੇਤ ਹਜ਼ਾਰਾਂ ਕਿਲੋਮੀਟਰ ਪੈਦਲ ਤੁਰ ਕੇ ਆਪਣੇ ਸੂਬਿਆਂ ਦੇ ਵਿੱਚ ਪੁੱਜੇ ਅਤੇ ਬਹੁਤ ਸਾਰੇ ਰਸਤਿਆਂ ਦੇ ਵਿੱਚ ਅਣਆਈ ਮੌਤ ਇਸ ਸੰਸਾਰੇ ਨੂੰ ਅਲਵਿਦਾ ਕਹਿ ਗਏ। ਇਸ ਸਾਲ ਕੁਝ ਪ੍ਰਮੁੱਖ ਸ਼ਖਸੀਅਤਾਂ ਵੀ ਜਹਾਨ ਤੋਂ ਰੁਖਸਤ ਹੋਈਆਂ। 19 ਮਾਰਚ ਨੂੰ ਸਾਬਕਾ ਸਾਂਸਦ ਗੁਰਦਾਸ ਸਿੰਘ ਬਾਦਲ ਦੀ ਪਤਨੀ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਮਾਤਾ ਹਰਮਿੰਦਰ ਕੌਰ ਦਾ ਦੇਹਾਂਤ ਹੋ ਗਿਆ ਤੇ 15 ਮਈ ਨੂੰ ਵਿੱਤ ਮੰਤਰੀ ਦੇ ਪਿਤਾ ਗੁਰਦਾਸ ਸਿੰਘ ਬਾਦਲ ਦਾ ਵੀ ਦੇਹਾਂਤ ਹੋ ਗਿਆ। 2 ਅਪ੍ਰੈਲ ਨੂੰ ਭਾਈ ਨਿਰਮਲ ਸਿੰਘ ਖਾਲਸਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਜੋ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਅਕਾਲ ਚਲਾਣਾ ਕਰ ਗਏ। 20 ਅਪ੍ਰੈਲ ਨੂੰ ਉੱਗੇ ਵਿਅੰਗਕਾਰ ਪ੍ਰਿੰਸੀਪਲ ਬਲਦੇਵ ਸਿੰਘ ਆਜ਼ਾਦ ਦਾ ਦੇਹਾਂਤ ਹੋਇਆ। 27 ਅਪ੍ਰੈਲ ਨੂੰ ਪੰਜਾਬੀ ਲੋਕ ਸਾਹਿਤ ਅਤੇ ਲੋਕਧਾਰਾ ਦੇ ਉੱਗੇ ਵਿਦਵਾਨ ਸੁਖਦੇਵ ਸਿੰਘ ਮਾਦਪੁਰੀ ਵੀ ਅਕਾਲ ਚਲਾਣਾ ਕਰ ਗਏ। 25 ਮਈ ਨੂੰ 3 ਵਾਰ ਦੇ 올림픽 ਸੋਨ ਤਗਮਾ ਜੇਤੂ ਤੇ ਮਹਾਨ ਖਿਡਾਰੀ ਪਦਮ ਸ਼੍ਰੀ ਤੇ ਅਰਜੁਨ ਅਵਾਰਡੀ ਬਲਬੀਰ ਸਿੰਘ ਸੀਨੀਅਰ ਵੀ ਸਦੀਵੀ ਵਿਛੋੜਾ ਦੇ ਗਏ। ਆਮ ਕਹਾਵਤ ਵੀ ਹੈ ਕਿ ਤਸਵੀਰ ਦੇ 2 ਪਾਸੇ ਹੁੰਦੇ ਨੇ। ਬਿਲਕੁਲ ਇਸੇ ਤਰ੍ਹਾਂ ਜੇਕਰ ਇਸ ਮਹਾਮਾਰੀ ਦੇ ਨਾਲ ਉਪਰੋਕਤ ਦੁੱਖ ਤਕਲੀਫਾਂ ਆਈਆਂ ਨੇ ਤਾਂ ਇਸ ਦਾ ਦੂਸਰਾ ਪੱਖ ਵੀ ਜ਼ਰੂਰ ਵਾਚਣਾ ਪਏਗਾ। ਮਹਾਮਾਰੀ ਦੇ ਚੱਲਦਿਆਂ ਲਾਕਡਾਊਨ ਤੇ ਕਰਫਿਊ ਦੌਰਾਨ ਵਾਤਾਵਰਣ ਅੰਤਾਂ ਦਾ ਸਾਫ਼ ਹੋ ਗਿਆ। ਪੀਣ ਵਾਲਾ ਪਾਣੀ ਸਾਫ਼ ਹੋ ਗਿਆ। ਸਾਹ ਲੈਣ ਦੇ ਵਿੱਚ ਸੌਖ ਹੋਣ ਲੱਗੀ ਤੇ ਪ੍ਰਦੂਸ਼ਣ ਰਹਿਤ ਹਵਾ ਨੇ ਸਿਹਤ ਪੱਖੀ ਕਾਫੀ ਸੁਧਾਰ ਵੀ ਕੀਤਾ। ਇਹੋ ਜਿਹੇ ਕੁਝ ਯਾਦਗਾਰੀ ਫਾਇਦੇ ਵੀ ਹੋਏ ਨੇ। ਇਸ ਕੋਰੋਨਾ ਦੀ ਮਹਾਮਾਰੀ ਦੇ ਕਾਰਨ ਜਿੱਥੇ ਬਹੁਤ ਸਾਰੀਆਂ ਕਠਿਨਾਈਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਵੀ ਇਜਾਦ ਹੋਈਆਂ। ਲੋਕਾਂ ਨੇ ਆਪਣੀਆਂ ਫालतू ਦਿਖਾਵਾ ਅਤੇ ਫਜ਼ੂਲ ਖਰਚੀ ਛੱਡ ਕੇ ਸਾਦਗੀ ਨੂੰ ਪਹਿਲ ਦਿੱਤੀ। ਹਿਦਾਇਤਾਂ ਮੁਤਾਬਿਕ ਵਿਆਹ ਸ਼ਾਦੀਆਂ ਦੇ ਵਿੱਚ ਸੀਮਿਤ ਗਿਣਤੀ ਦੇ ਲੋਕ ਹੀ ਸ਼ਾਮਲ ਹੋ ਸਕਦੇ ਸਨ। ਸੋ ਵਿਆਹਾਂ ਦੇ ਵਿੱਚ ਲੱਖਾਂ ਖਰਚ ਕਰਕੇ ਜੋ ਦਿਖਾਵੇਬਾਜ਼ੀ ਕੀਤੀ ਜਾਂਦੀ ਸੀ ਉਹ ਸਾਦਗੀ 'ਚ ਬਦਲ ਗਈ ਸੀ। ਇਸ ਮਹਾਮਾਰੀ ਦੇ ਕਾਰਨ ਬਹੁਤ ਹੀ ਸਾਦੇ ਵਿਆਹ ਹੋਣ ਲੱਗ ਪਏ। ਪਹਿਲਾਂ ਜਿਹੜੇ ਲੋਕ ਸਿਰਫ ਬਾਹਰੀ ਦਿਖਾਵੇ ਨੂੰ ਅਤੇ ਸੁੰਦਰਤਾ ਨੂੰ ਹੀ ਸਭ ਕੁਝ ਮੰਨਦੇ ਸੀ ਉੱਥੇ ਆਪਣੀ ਸਰੀਰਕ ਸ਼ਕਤੀ ਨੂੰ ਮਜ਼ਬੂਤ ਕਰਨ ਵੱਲ ਧਿਆਨ ਦਿੱਤਾ ਜਾਣ ਲੱਗਾ। ਆਸਮਾਨ ਇੰਨਾ ਸਾਫ਼ ਹੋ ਗਿਆ ਕਿ ਜਲੰਧਰ ਸ਼ਹਿਰ ਦੇ ਵਿੱਚ 4 ਅਪ੍ਰੈਲ ਨੂੰ ਲੋਕਾਂ ਨੇ ਆਪਣੇ ਘਰਾਂ ਦੀਆਂ ਛੱਤਾਂ ਤੋਂ ਪਹਾੜੀਆਂ ਦਾ ਨਜ਼ਾਰਾ ਵੀ ਲਿਆ। ਜਲੰਧਰ ਦੇ ਆਸ-ਪਾਸ ਦੇ ਇਲਾਕਿਆਂ ਤੋਂ ਕਰੀਬ 200 ਕਿਲੋਮੀਟਰ ਦੂਰ ਸਥਿਤ ਹਿਮਾਚਲ ਦੀਆਂ ਪਹਾੜੀਆਂ ਸਾਫ਼ ਦਿਖਾਈ ਦੇਣ ਲੱਗ ਪਈਆਂ। ਹੁਣ ਜੇਕਰ ਰਾਜਨੀਤਿਕ ਸਰਗਰਮੀਆਂ ਦੀ ਗੱਲ ਕਰੀਏ ਤਾਂ ਇਸ ਸਾਲ ਹੀ 8 ਜੂਨ ਨੂੰ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੂੰ ਅਕਾਲੀ ਦਲ ਦੀ ਕੋਰ ਕਮੇਟੀ 'ਚ ਸ਼ਾਮਲ ਕੀਤਾ ਗਿਆ ਸੀ ਤੇ ਬੀਬੀ ਜਗੀਰ ਕੌਰ ਨੂੰ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਚੁਣਿਆ ਗਿਆ ਸੀ। 28 ਜੂਨ ਨੂੰ ਪੰਜਾਬ ਸਰਕਾਰ ਦੇ ਵੱਲੋਂ ਕਰਨ ਅਵਤਾਰ ਸਿੰਘ ਨੂੰ ਪੰਜਾਬ ਵਾਟਰ ਰੈਗੂਲੇਟਰੀ ਅਥਾਰਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਤੇ 11 ਮਈ ਨੂੰ ਪੰਜਾਬ ਕੈਬਨਿਟ ਦੇ ਵੱਲੋਂ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੇ ਬਾਈਕਾਟ ਦਾ ਮਤਾ ਪਾਸ ਕੀਤਾ ਗਿਆ। 6 ਜੁਲਾਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਪਾਵਨ ਸਰੂਪ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਤੇ ਫਿਰ ਕਾਰਵਾਈ ਸ਼ੁਰੂ ਹੋਈ। 13 ਜੁਲਾਈ ਨੂੰ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਨੂੰ ਆਪ 'ਚ ਸ਼ਾਮਲ ਕੀਤਾ ਗਿਆ ਤੇ 8 ਨਵੰਬਰ ਨੂੰ ਅਨਮੋਲ ਗਗਨ ਮਾਨ ਨੂੰ ਪੰਜਾਬ ਯੂਥ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸੇ ਸਾਲ 26 ਸਤੰਬਰ ਨੂੰ ਰਾਜਨੀਤੀ 'ਚ ਵੱਡੀ ਹਲਚਲ ਉਦੋਂ ਹੋਈ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਖੇਤੀ ਕਾਨੂੰਨਾਂ ਦੇ ਵਿਰੁੱਧ ਭਾਜਪਾ ਦੇ ਨਾਲ ਗੱਠਜੋੜ ਤੋੜ ਦਿੱਤਾ ਅਤੇ ਇਸ ਤੋਂ ਪਹਿਲਾਂ ਯਾਨੀ ਕਿ 17 ਸਤੰਬਰ ਨੂੰ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਅਤੇ ਕਿਸਾਨਾਂ ਦੀ ਹਮਾਇਤ 'ਚ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਕੋਰੋਨਾ ਵਾਇਰਸ ਨੇ ਜਿੱਥੇ ਜ਼ੋਰ ਫੜਿਆ ਉੱਥੇ ਸੂਬੇ 'ਚ ਮਾਰਚ ਮਹੀਨੇ ਤੋਂ ਬਾਅਦ ਕਈ ਵਾਰ ਲਾਕਡਾਊਨ ਹੋਇਆ ਤੇ ਹਰ ਵਾਰ ਮਿਆਦ ਵਧਾ ਦਿੱਤੀ ਗਈ ਤੇ ਫਿਰ ਸਥਿਤੀ ਨੂੰ ਦੇਖਦਿਆਂ ਤੇ ਪੰਜਾਬ ਦੀ ਵਿਗੜਦੀ ਅਰਥ ਵਿਵਸਥਾ ਨੂੰ ਦੇਖਦਿਆਂ ਜੂਨ ਮਹੀਨੇ ਤੋਂ ਸ਼ੁਰੂ ਹੋਇਆ ਅਨਲੌਕ ਦਾ ਸਿਲਸਿਲਾ ਜਿਸ ਵਿੱਚ ਪਾਬੰਦੀਆਂ 'ਚ ਛੋਟ ਦਿੱਤੀ ਗਈ। ਅਨਲੌਕ 5 ਤੱਕ ਤਕਰੀਬਨ ਸਭ ਕੁਝ ਚਾਲੂ ਹੋ ਗਿਆ। ਜ਼ਿੰਦਗੀ ਮੁੜ ਪਟੜੀ ਤੇ ਆਈ ਪਰ ਕੁਝ ਪਾਬੰਦੀਆਂ ਜਿਵੇਂ ਕਿ ਸਕੂਲ ਦੇ ਵਿੱਚ 9ਵੀਂ ਤੋਂ 12ਵੀਂ ਦੀਆਂ ਜਮਾਤਾਂ ਲਈ ਸਕੂਲ ਖੋਲ੍ਹੇ ਗਏ ਸਨ, ਇਜਾਜ਼ਤ ਦਿੱਤੀ ਗਈ ਪਰ ਛੋਟੀਆਂ ਕਲਾਸਾਂ ਲਈ ਸਕੂਲ ਬੰਦ ਰੱਖੇ ਗਏ। ਹਾਲਾਂਕਿ ਨਾਈਟ ਕਰਫਿਊ ਸੂਬੇ 'ਚ ਅਜੇ ਵੀ ਜਾਰੀ ਹੈ ਤੇ ਅਗਲੀਆਂ ਹਦਾਇਤਾਂ ਤੱਕ ਇਹ ਜਾਰੀ ਵੀ ਰਹੇਗਾ। ਇਸ ਔਖੇ ਸਮੇਂ ਦੇ ਵਿੱਚ ਪੰਜਾਬ ਪੁਲਿਸ ਦਾ ਇੱਕ ਵੱਡਾ ਰੋਲ ਰਿਹਾ ਹੈ। ਪੰਜਾਬ ਪੁਲਿਸ ਨੇ ਦਿਨ ਰਾਤ ਡਿਊਟੀਆਂ ਕਰਕੇ ਲੋਕਾਂ ਦੀ ਸੁਰੱਖਿਆ ਦਾ ਧਿਆਨ ਰੱਖਿਆ। ਤਨਦੇਹੀ ਨਾਲ ਡਿਊਟੀਆਂ ਨਿਭਾਈਆਂ, ਲੋੜ ਪੈਣ ਤੇ ਸਖਤੀ ਵੀ ਵਰਤੀ। ਪਰ ਇੱਥੇ ਕੁਝ ਪੁਲਿਸ ਅਧਿਕਾਰੀਆਂ ਨੇ ਕੋਰੋਨਾ ਮਹਾਮਾਰੀ ਦੇ ਕਾਰਨ ਦਮ ਵੀ ਤੋੜ ਦਿੱਤਾ ਅਤੇ ਕਈ ਕੋਰੋਨਾ ਦੀ ਚਪੇਟ 'ਚ ਵੀ ਆਏ ਪਰ ਫਿਰ ਵੀ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਂਦੇ ਰਹੇ ਜਿਸ ਲਈ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਕੋਰੋਨਾ ਮਹਾਮਾਰੀ ਦੇ ਦੌਰ ਦੇ ਵਿੱਚ ਸਭ ਤੋਂ ਅਹਿਮ ਯੋਗਦਾਨ ਸਫਾਈ ਕਰਮਚਾਰੀ ਤੇ ਡਾਕਟਰਾਂ ਦਾ ਵੀ ਰਿਹਾ ਹੈ।
ਜਿਨ੍ਹਾਂ ਨੇ ਮਹਾਮਾਰੀ 'ਚ ਲੋਕਾਂ ਲਈ ਆਪਣੀ ਜ਼ਿੰਦਗੀ ਤੱਕ ਕੁਰਬਾਨ ਕਰ ਦਿੱਤੀ। ਇਨ੍ਹਾਂ ਹਾਲਾਤਾਂ ਤੋਂ ਬਾਅਦ 29 ਦਸੰਬਰ ਤੋਂ ਕੋਰੋਨਾ ਵੈਕਸੀਨ ਦੇ ਟ੍ਰਾਇਲ ਦੇ ਲਈ ਪੰਜਾਬ ਸਮੇਤ 4 ਸੂਬਿਆਂ ਦੀ ਚੋਣ ਕੀਤੀ ਗਈ, ਜਿਨ੍ਹਾਂ 'ਚ ਨਵਾਂ ਸ਼ਹਿਰ ਤੇ ਲੁਧਿਆਣਾ ਸ਼ਾਮਲ ਹੈ ਤੇ ਇਨ੍ਹਾਂ 'ਚ ਕੋਰੋਨਾ ਵੈਕਸੀਨ ਦਾ ਟੀਕਾਕਰਨ ਸ਼ੁਰੂ ਹੋ ਰਿਹਾ ਹੈ। ਇਸ ਸਾਲ ਕਿਸਾਨਾਂ ਲਈ ਵੀ ਬਹੁਤ ਹੀ ਭਿਆਨਕ ਸਾਲ ਰਿਹਾ ਹੈ ਤੇ ਕੇਂਦਰ ਦੀ ਭਾਜਪਾ ਸਰਕਾਰ ਨੇ ਕਿਸਾਨਾਂ ਤੇ ਬੇਲੋੜੇ 3 ਅਜਿਹੇ ਆਰਡੀਨੈਂਸ ਕਾਨੂੰਨ ਲਿਆਂਦੇ ਜੋ ਉਹਨਾਂ ਨੂੰ ਹਰਗਿਜ਼ ਮਨਜ਼ੂਰ ਨਹੀਂ ਸਨ। ਸ਼ੁਰੂਆਤ ਹੋਈ 4 ਜੂਨ ਨੂੰ ਜਦੋਂ ਪੰਜਾਬ 'ਚ ਕਿਸਾਨਾਂ ਤੇ ਮਜ਼ਦੂਰਾਂ ਨੇ ਕੇਂਦਰ ਸਰਕਾਰ ਵੱਲੋਂ ਇੱਕ ਦੇਸ਼ ਇੱਕ ਮੰਡੀ ਕਾਨੂੰਨ ਖਿਲਾਫ ਨਾਅਰੇਬਾਜ਼ੀ ਕੀਤੀ। ਫਿਰ 20 ਜੁਲਾਈ ਤੋਂ ਕਿਸਾਨ ਉਜਾੜੂ 3 ਖੇਤੀ ਆਰਡੀਨੈਂਸ ਤੇ ਬਿਜਲੀ ਸੋਧ ਬਿੱਲ ਰੱਦ ਕਰਾਉਣ ਲਈ ਥਾਂ-ਥਾਂ ਤੇ ਕੇਂਦਰ ਸਰਕਾਰ ਦੇ ਪੁਤਲੇ ਸਾੜੇ ਗਏ। 21 ਜੁਲਾਈ ਨੂੰ ਕਿਸਾਨਾਂ ਦੀ ਜਿਨਸ ਨੂੰ ਨਿਰਧਾਰਿਤ ਖੇਤੀ ਮੰਡੀਆਂ ਤੋਂ ਬਾਹਰ ਵੇਚਣ ਨਾਲ ਸੰਬੰਧਿਤ ਆਰਡੀਨੈਂਸਾਂ ਬਾਰੇ ਨੋਟੀਫਿਕੇਸ਼ਨ ਜਾਰੀ ਹੋਇਆ। 27 ਜੁਲਾਈ ਨੂੰ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਾਉਣ ਦੇ ਲਈ ਕਿਸਾਨਾਂ ਵੱਲੋਂ ਸੂਬੇ ਭਰ 'ਚ ਟਰੈਕਟਰ ਮਾਰਚ ਕੱਢਿਆ ਗਿਆ। ਜੂਨ 2020 ਦੇ ਅੱਧ 'ਚ ਭਾਰਤ ਸਰਕਾਰ ਨੇ 3 ਫਾਰਮ ਆਰਡੀਨੈਂਸ ਲਾਗੂ ਕੀਤੇ ਜੋ ਖੇਤੀਬਾੜੀ ਉਤਪਾਦਾਂ, ਉਹਨਾਂ ਦੀ ਵਿਕਰੀ, ਹੋਰਡਿੰਗ, ਖੇਤੀਬਾੜੀ ਮੰਡੀਕਰਨ ਅਤੇ ਠੇਕੇਦਾਰੀ ਖੇਤੀਬਾੜੀ ਸੁਧਾਰਾਂ ਦੇ ਨਾਲ ਸੰਬੰਧਿਤ ਸਨ। ਇੱਕ ਬਿੱਲ ਲੋਕ ਸਭਾ ਦੁਆਰਾ 15 ਸਤੰਬਰ 2020 ਨੂੰ ਅਤੇ 2 ਹੋਰ ਬਿੱਲਾਂ ਨੂੰ 18 ਸਤੰਬਰ 2020 ਨੂੰ ਪਾਸ ਕੀਤਾ ਗਿਆ ਸੀ। ਬਾਅਦ ਵਿੱਚ 20 ਸਤੰਬਰ 2020 ਨੂੰ ਰਾਜ ਸਭਾ ਨੇ ਵੀ 2 ਬਿੱਲ ਅਤੇ ਤੀਸਰਾ 22 ਸਤੰਬਰ ਨੂੰ ਪਾਸ ਕਰ ਦਿੱਤਾ। ਭਾਰਤ ਦੇ ਰਾਸ਼ਟਰਪਤੀ ਨੇ ਵੀ 28 ਸਤੰਬਰ 2020 ਨੂੰ ਬਿੱਲਾਂ ਤੇ ਦਸਤਖਤ ਕਰਕੇ ਆਪਣੀ ਸਹਿਮਤੀ ਦੇ ਦਿੱਤੀ ਤੇ ਇਸ ਤਰ੍ਹਾਂ ਉਹਨਾਂ ਨੂੰ ਕਾਨੂੰਨ ਵਿੱਚ ਬਦਲ ਦਿੱਤਾ। 19 ਸਤੰਬਰ ਨੂੰ ਸੂਬੇ ਦੀਆਂ 21 ਕਿਸਾਨ ਜਥੇਬੰਦੀਆਂ ਇਕਜੁੱਟ ਹੋਈਆਂ ਤੇ 20 ਸਤੰਬਰ ਨੂੰ ਹੰਗਾਮੇ ਦੇ ਵਿਰੋਧ ਦੇ ਬਾਵਜੂਦ ਬਿੱਲ ਪਾਸ ਹੋਏ ਅਤੇ ਇਸੇ ਦੌਰਾਨ ਪੰਜਾਬ ਦੇ 1500 ਪਿੰਡਾਂ ਦੇ ਵਿੱਚ ਵਿਰੋਧ ਵੀ ਦੇਖਣ ਨੂੰ ਮਿਲਿਆ। 25 ਸਤੰਬਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਸਮੇਤ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ, ਜਿਸ ਨੂੰ ਮੁਕੰਮਲ ਸਮਰਥਨ ਵੀ ਮਿਲਿਆ। 1 ਅਕਤੂਬਰ ਨੂੰ ਕਿਸਾਨ ਜਥੇਬੰਦੀਆਂ ਨੇ ਸੂਬੇ ਭਰ 'ਚ ਰੇਲ ਟਰੈਕ ਤੇ ਧਰਨੇ ਲਗਾ ਦਿੱਤੇ ਅਤੇ ਰੇਲ ਆਵਾਜਾਈ ਠੱਪ ਕਰ ਦਿੱਤੀ ਅਤੇ ਖੇਤੀ ਕਾਨੂੰਨਾਂ ਦਾ ਵਿਰੋਧ ਜਤਾਇਆ ਗਿਆ। ਇੰਨਾ ਹੀ ਨਹੀਂ, ਕਿਸਾਨਾਂ ਨੇ ਟੋਲ ਅਤੇ ਰਿਲਾਇੰਸ ਪੰਪਾਂ ਤੇ ਵੀ ਪੱਕੇ ਧਰਨੇ ਲਾ ਲਏ। 10 ਅਕਤੂਬਰ ਨੂੰ ਕਿਸਾਨ ਜਥੇਬੰਦੀਆਂ ਨੇ ਖੇਤੀ ਬਿੱਲਾਂ ਦੇ ਵਿਰੋਧ 'ਚ ਪੰਜਾਬ 'ਚ 4 ਘੰਟਿਆਂ ਲਈ ਚੱਕਾ ਜਾਮ ਕਰਕੇ ਆਵਾਜਾਈ ਠੱਪ ਕੀਤੀ। ਫਿਰ 14 ਅਕਤੂਬਰ ਤੋਂ ਸ਼ੁਰੂ ਹੋਇਆ ਕਿਸਾਨ ਤੇ ਕੇਂਦਰ ਦੀ ਮੀਟਿੰਗਾਂ ਦਾ ਸਿਲਸਿਲਾ। ਪਹਿਲੇ ਗੇੜ ਤੋਂ ਲੈ ਕੇ 6 ਗੇੜ ਤੱਕ ਦੀਆਂ ਮੀਟਿੰਗਾਂ ਹੋਈਆਂ ਜੋ ਕਿ ਬੇਸਿੱਟਾ ਰਹੀਆਂ ਤੇ ਹੁਣ ਵੀ ਮੀਟਿੰਗਾਂ ਦਾ ਦੌਰ ਜਾਰੀ ਰੱਖਿਆ ਗਿਆ ਹੈ। ਕਿਸਾਨਾਂ ਵੱਲੋਂ ਸੂਬੇ 'ਚ ਕਰੀਬ 2 ਮਹੀਨੇ ਤੋਂ ਵੱਧ ਸਮੇਂ ਲਈ ਸ਼ਾਂਤਮਈ ਧਰਨਾ ਪ੍ਰਦਰਸ਼ਨ ਕੀਤਾ ਗਿਆ, ਜਿਸ ਦਾ ਕੇਂਦਰ ਸਰਕਾਰ ਤੇ ਕੋਈ ਅਸਰ ਨਹੀਂ ਹੋਇਆ। ਫਿਰ 26 ਨਵੰਬਰ ਤੋਂ ਕਿਸਾਨਾਂ ਨੇ ਦਿੱਲੀ ਚਲੋ ਅੰਦੋਲਨ ਦੀ ਸ਼ੁਰੂਆਤ ਕੀਤੀ ਤੇ ਦਿੱਲੀ ਵੱਲ ਕੂਚ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਕਿਸਾਨਾਂ ਨੂੰ ਰੋਕਣ ਦੇ ਲਈ ਦੂਜੇ ਸੂਬਿਆਂ ਦੀਆਂ ਸਰਕਾਰਾਂ ਨੇ ਬਲ ਦਾ ਪ੍ਰਯੋਗ ਕੀਤਾ। ਅਥਰੂ ਗੈਸ ਦੇ ਗੋਲੇ ਸੁੱਟੇ ਗਏ, ਵਾਟਰ ਕੈਨਨ ਦੀ ਵਰਤੋਂ ਕਰਦਿਆਂ ਪਾਣੀ ਦੀਆਂ ਬੌਛਾੜਾਂ ਮਾਰੀਆਂ ਗਈਆਂ। ਕਿਸਾਨਾਂ ਨੂੰ ਰੋਕਣ ਦੇ ਲਈ ਕੰਡਿਆਲੀ ਤਾਰ, ਬੈਰੀਕੇਡਿੰਗ, ਵੱਡੇ ਪੱਥਰ ਲਗਾਏ ਗਏ। ਇੰਨਾ ਹੀ ਨਹੀਂ, ਸੜਕਾਂ ਤੱਕ ਪੁੱਟ ਦਿੱਤੀਆਂ ਗਈਆਂ, ਪਰ ਕਿਸਾਨਾਂ ਵੱਲੋਂ ਹਰ ਮੁਸ਼ਕਲ ਨੂੰ ਪਾਰ ਕਰਦਿਆਂ ਜ਼ਖਮੀ ਹੋ ਕੇ ਵੀ ਦਿੱਲੀ ਨੂੰ ਘੇਰਾ ਪਾਇਆ ਗਿਆ। ਇਸ ਦੌਰਾਨ ਪੰਜਾਬ ਦੇ ਨਾਲ ਸੰਬੰਧਿਤ ਕਈ ਕਿਸਾਨਾਂ ਦੀ ਸੰਘਰਸ਼ ਦੌਰਾਨ ਮੌਤ ਵੀ ਹੋ ਗਈ, ਕਿਸੇ ਦੀ ਦਿਲ ਦਾ ਦੌਰਾ ਪੈਣ ਨਾਲ ਤੇ ਕਿਸੇ ਦੀ ਸੜਕੀ ਹਾਦਸੇ ਦੌਰਾਨ। ਕਿਸਾਨਾਂ ਨੇ ਸਾਰੇ ਤਿਉਹਾਰ ਸੜਕਾਂ ਤੇ ਹੀ ਮਨਾਏ। ਇੰਨਾ ਹੀ ਨਹੀਂ, ਪੰਜਾਬ 'ਚ ਵਿਗੜੇ ਮੌਸਮ ਦਾ ਵੀ ਕਿਸਾਨ ਅੰਦੋਲਨ ਤੇ ਕੋਈ ਅਸਰ ਨਹੀਂ ਹੋਇਆ। ਕੜਾਕੇ ਦੀ ਠੰਡ 'ਚ ਵੀ ਕਿਸਾਨ ਆਪਣੇ ਪਰਿਵਾਰਾਂ ਸਮੇਤ ਧਰਨੇ ਦੇ ਰਹੇ ਨੇ ਅਤੇ ਸੜਕਾਂ ਤੇ ਹੀ ਰਾਤਾਂ ਕੱਟ ਰਹੇ ਨੇ। ਇਹਨਾਂ ਦੇ ਨਾਲ ਇਹਨਾਂ ਦੇ ਪਰਿਵਾਰ ਵੀ ਮੌਜੂਦ ਨੇ, ਜਿਨ੍ਹਾਂ ਵਿੱਚ ਛੋਟੇ-ਛੋਟੇ ਬੱਚੇ ਤੇ ਕਈ ਬਜ਼ੁਰਗ ਵੀ ਨੇ। ਹਰ ਵਰਗ ਦੇ ਵੱਲੋਂ, ਚਾਹੇ ਕੋਈ ਪੰਜਾਬੀ ਗਾਇਕ ਨੇ ਜਾਂ ਕੋਈ ਕਲਾਕਾਰ ਜਾਂ ਸਮਾਜ ਸੇਵੀ ਜਥੇਬੰਦੀਆਂ, ਖਾਲਸਾ ਏਡ, ਹਰ ਕੋਈ ਕਿਸਾਨਾਂ ਦੇ ਸਮਰਥਨ ਵਿੱਚ ਡਟ ਗਿਆ। ਪਰ ਹਾਲਾਤ ਅਜੇ ਵੀ ਸੁਧਰੇ ਨਹੀਂ ਹੈ ਅਤੇ ਅਜੇ ਵੀ ਕਿਸਾਨ ਠਰ ਦੀਆਂ ਰਾਤਾਂ ਵਿੱਚ ਡਟੇ ਹੋਏ ਨੇ। ਦਸੰਬਰ ਮਹੀਨੇ ਤੱਕ ਕਿਸਾਨਾਂ ਦੀਆਂ ਕੁਝ ਮੁੱਖ ਮੰਗਾਂ ਰਹੀਆਂ ਨੇ, ਜਿਨ੍ਹਾਂ ਵਿੱਚ 3 ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨਾ, ਖੇਤ ਕਾਨੂੰਨਾਂ ਨੂੰ ਰੱਦ ਕਰਨ ਲਈ ਵਿਸ਼ੇਸ਼ ਸੰਸਦ ਦਾ ਸੈਸ਼ਨ ਸੱਦਿਆ ਜਾਣਾ, ਘੱਟੋ-ਘੱਟ ਸਮਰਥਨ ਮੁੱਲ ਅਤੇ ਫਸਲਾਂ ਦੀ ਰਾਜ ਵੱਲੋਂ ਖਰੀਦ ਨੂੰ ਕਾਨੂੰਨੀ ਹੱਕ ਬਣਾਉਣਾ, ਭਰੋਸਾ ਦਿਵਾਉਣਾ ਕਿ ਰਵਾਇਤੀ ਖਰੀਦ ਪ੍ਰਣਾਲੀ ਜਾਰੀ ਰਹੇਗੀ, ਸਵਾਮੀਨਾਥਨ ਕਮੇਟੀ ਦੀ ਰਿਪੋਰਟ ਲਾਗੂ ਕਰਨਾ, ਖੇਤੀਬਾੜੀ ਵਰਤੋਂ ਲਈ ਡੀਜ਼ਲ ਦੀਆਂ ਕੀਮਤਾਂ ਵਿੱਚ 50% ਕਟੌਤੀ ਕਰਨਾ, ਪਰਾਲੀ ਸਾੜਨ ਲਈ ਸਜ਼ਾ ਤੇ ਜੁਰਮਾਨਾ ਹਟਾਉਣਾ, ਪੰਜਾਬ ਵਿੱਚ ਝੋਨੇ ਦੀ ਪਰਾਲੀ ਸਾੜਨ ਦੇ ਦੋਸ਼ 'ਚ ਗ੍ਰਿਫਤਾਰ ਕੀਤੇ ਕਿਸਾਨਾਂ ਦੀ ਰਿਹਾਈ, ਬਿਜਲੀ ਆਰਡੀਨੈਂਸਾਂ 2020 ਨੂੰ ਖਤਮ ਕਰਨਾ ਅਤੇ ਕੇਂਦਰ ਨੂੰ ਰਾਜ ਦੇ ਵਿਸ਼ਿਆਂ ਵਿੱਚ ਦਖਲ ਨਹੀਂ ਦੇਣਾ ਚਾਹੀਦਾ, ਬਿਹਾਰ ਵਿੱਚ ਵਿਕੇਂਦਰੀਕਰਨ ਲਿਆਉਣਾ ਸ਼ਾਮਲ ਨੇ। ਇੱਕ ਦੇਸ਼ ਦੀ ਅਰਥ ਵਿਵਸਥਾ ਖੇਤੀਬਾੜੀ ਤੇ ਹੀ ਨਿਰਭਰ ਹੁੰਦੀ ਹੈ, ਪਰ ਇਸ ਕਾਨੂੰਨਾਂ ਦੇ ਨਾਲ
ਕਿਸਾਨਾਂ ਦੀ ਜੱਦੀ ਪੁਸ਼ਤੀ ਜਾਇਦਾਦ ਨੂੰ ਖਤਰਾ ਹੈ। ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਹੋਏਗਾ। ਇਸ ਕਾਨੂੰਨਾਂ ਦੇ ਖਿਲਾਫ ਹਰ ਵਰਗ ਦੇ ਲੋਕਾਂ ਨੇ ਆਪਣੀਆਂ ਹੱਕੀ ਮੰਗਾਂ ਲਈ ਫੈਸਲਾਕੁੰਨ ਯੁੱਧ ਆਰੰਭ ਕੀਤਾ ਹੋਇਆ, ਜੋ ਕਿ ਪਿਛਲੇ 4 ਮਹੀਨਿਆਂ ਤੋਂ ਪੰਜਾਬ 'ਚ ਅਤੇ ਹੁਣ ਤੱਕ 1 ਮਹੀਨੇ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਚੱਲ ਰਿਹਾ ਹੈ। ਪਰ ਅੰਨੀ ਬੋਲੀ ਸਰਕਾਰ ਦੇ ਹਾਲੇ ਵੀ ਕੰਨਾਂ ਤੇ ਜੂੰ ਨਹੀਂ ਸਰਕ ਰਹੀ ਹੈ।